सारी संगत साहिब श्री गुरु ग्रंथ साहिब महाराज जी नूं सीस झुकाउंदे होए गुरु गोबिंद सिंह महाराज जी की बख्शी हुई फतेह बुलंद करिए। वाहिगुरु जी का खालसा वाहिगुरु जी की फतेह। साहिब श्री गुरु ग्रंथ साहिब महाराज जी की पवित्र बाणी 312 अंग ते गौड़ी की बार बार दे अंदर महला चौथा चौथे पातशाह गुरु रामदास जी महाराज कथन करते हैं। इस शब्द विच गुरु जी साकत पुरसां दा निखेध करते हैं। साकत पुरसां दी निखेधी करते हैं कि साकत पुरस हुंदे हैं जिहड़े बड़े माड़े हुंदे हैं। ओह जो साकत कठोर चित्त वाले जिन्हां दा चित्त पत्थर दी न्याई हुंदा है, भिजदा नहीं, उन्हां बारे महाराज जी समझा रहे हैं। गुरु रामदास महाराज जी कथन करते हैं, साकत जाए निभे गुर आगै, कि साकत कठोर चित्त वाले शक्ति दे उपासक भी सतगुरां दे अगे जाके निभदे हैं। जिहड़े साकत हुंदे हैं कठोर चित्त वाले हुंदे हैं, ते भवां दी उन्हां कोल शक्ति होवे बहुत, ਉਹ ਸਤਿਗੁਰਾਂ ਦੇ ਅੱਗੇ ਜਾ ਕੇ ਨਿਭਦੇ ਹਨ, ਬੜੀਆਂ ਨਮਸਕਾਰਾਂ ਕਰਦੇ ਹਨ, ਮੱਥੇ ਟੇਕਦੇ ਹਨ। ਮਨ ਖੋਟੇ ਕੁੜਿਆਰੇ ਮਹਾਰਾਜ ਜੀ ਕਹਿਣ ਲੱਗੇ ਉਹ ਮਨ ਵਿੱਚੋਂ ਖੋਟੇ ਦੋਸ਼ੀ ਹਨ। ਕਠੋਰ ਚਿੱਤ ਵਾਲੇ ਜਿਹੜੇ ਸਾਕਤ ਪੁਰਸ਼ ਹਨ ਕਿ ਉਪਾਸਕ ਸ਼ਕਤੀ ਦੇ ਉਪਾਸਕ ਹੁੰਦੇ ਹਨ, ਜਿਹੜੇ ਕਿ ਸ਼ਕਤੀਆਂ ਲੈ ਲਈਏ ਜਾ ਕੇ ਮੱਥੇ ਟੇਕ ਕੇ, पर सतगुरां दे अगे जाके निभदे हन, मत्थे टेकदे हन, ते ओह मन विचों खोटे दोषी हन, भाव स्वै धर्म तो हीणे हन। वो किसी धर्म नूं भी मनदे नहीं हुंदे हन, झूठ बोलण वाले हन, अते कुड़ियारे झूठ की प्राप्ति वाले पदार्थां दे विच लगे होए हन। जदों उन्हां ਉਹ ਗੁਰੂ ਦੇ ਅੱਗੇ ਜਾ ਕੇ ਮੱਥੇ ਟੇਕਦੇ ਹਨ, ਗੁਰੂ ਕੋਲ ਜਾਂਦੇ ਹਨ, ਪਰ ਅੰਦਰੋਂ ਭਾਵਨਾ ਨਹੀਂ ਹੈਗੀ ਗੁਰੂ ਤੇ। ਜਾਂ ਗੁਰ ਕਹੈ ਉੱਠੋ ਮੇਰੇ ਭਾਈ, ਜਦੋਂ ਗੁਰੂ ਸਾਹਿਬ ਜੀ ਕਹਿਣ ਕਿ ਹੇ ਮੇਰੇ ਭਾਈ, ਹੇ ਮੇਰੇ ਭਰਾਵੋ, ਉੱਠੋ, ਉੱਠ ਕਰਕੇ ਆ ਫਲਾਣੀ ਸੇਵਾ ਕਰੋ। ਬਹਿ ਜਾਏ ਘੁਸਰ ਬਗਲਾਰੇ, ਉਸ ਵੇਲੇ ਬਗਲਾਰੇ ਬਗਲੇ ਦੀ ਨਿਆਈ ਲੁਕ ਕਰਕੇ ਬੈਠ ਜਾਂਦੇ ਹਨ, ਪਿੱਛੇ ਬੈਠ ਜਾਂਦੇ ਹਨ, ਕੋਨੇ ਵਿੱਚ ਲੁਕ ਕੇ ਬੈਠ ਜਾਂਦੇ ਹਨ। ਪਰ ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਧੋ ਵਾਰੇ, ਕਿ ਗੁਰਸਿੱਖਾਂ ਦੇ ਅੰਦਰ, ਗੁਰੂ ਦੇ ਸਿੱਖਾਂ ਦੇ ਅੰਦਰ ਹਿਰਦੇ ਵਿੱਚ ਸਤਿਗੁਰੂ ਗੁਰੂ ਜੀ ਦਾ ਹੁਕਮ ਵਰਤ ਰਿਹਾ ਹੈ। ਜਿਵੇਂ ਗੁਰੂ ਗੁਰਸਿੱਖਾਂ ਨੂੰ ਕਹਿੰਦੇ ਹਨ ਉਸੇ ਲੋਟ ਉਹ ਕੰਮ ਕਰਦੇ ਹਨ, ਉਸ ਦੇ ਹੁਕਮ ਦੇ ਅੰਦਰ ਚੱਲਦੇ ਹਨ। ਚੁਣ ਕੱਢੇ ਲੱਧੋ ਵਾਰੇ, ਉਹਨਾਂ ਨੇ ਲੱਧੋ ਵਾਰੇ ਕੱਢਣੇ ਵਾਲੇ ਹੋ ਕੇ ਦੁਸ਼ਟਾਂ ਨੂੰ ਛਾਂਟ ਕਰਕੇ ਕੱਢ ਦਿੱਤਾ ਹੈ। ਪਰ ਮਹਾਰਾਜ ਜੀ ਕਹਿਣ ਲੱਗੇ ਓਏ ਅੱਗੇ ਪਿੱਛੇ ਬਹਿ ਮੋਹ ਛੁਪਾਇਆ ਨਾ। ਜਦੋਂ ਕੋਈ ਪਦਾਰਥ ਮਿਲਣਾ ਹੋਵੇ ਤਾਂ ਉਹ ਸਾਕਤ ਪੁਰਸ਼ ਸਭ ਤੋਂ ਅੱਗੇ ਆਣ ਕੇ ਬੈਠ ਜਾਂਦੇ ਹਨ। ਓਏ ਅੱਗੇ ਪਿੱਛੇ ਬਹਿ ਮੂੰਹ ਛੁਪਾਇਨ, ਜਦੋਂ ਕੋਈ ਪਦਾਰਥ ਮਿਲਣਾ ਹੋਵੇ ਤਾਂ ਉਹ ਸਾਕਤ ਪੁਰਸ਼ ਗੁਰਾਂ ਦੇ ਅੱਗੇ ਸਭ ਤੋਂ ਅੱਗੇ ਆ ਕੇ ਬੈਠ ਜਾਂਦੇ ਹਨ, ਗੁਰੂ ਦੇ ਕੋਲ ਸਭ ਤੋਂ ਅੱਗੇ ਆ ਕੇ ਬੈਠ ਜਾਂਦੇ ਹਨ। ਤੇ ਜਦੋਂ ਸੇਵਾ ਦਾ ਸਮਾਂ ਹੁੰਦਾ ਹੈ ਤਾਂ ਮੂੰਹ ਛੁਪਾਇਨ, ਤਾਂ ਆਪਣਾ ਮੂੰਹ ਛੁਪਾ ਕਰਕੇ ਪਿਛਾਂਹ ਹੋ ਕਰਕੇ ਬੈਠ ਜਾਂਦੇ ਹਨ। ਸੇਵਾ ਕਰਨ ਵੇਲੇ ਨਾ ਰਲਣੀ ਖੋਟਿਆਰੇ, ਅਜਿਹੇ ਖੋਟਿਆਰੇ ਖੁਟਿਆਈ ਵਾਲੇ ਪੁਰਸ਼ ਗੁਰਸਿੱਖਾਂ ਵਿੱਚ ਨਹੀਂ ਰਲਦੇ, ਸਤ ਸੰਗਤ ਵਿੱਚ ਨਹੀਂ ਰਲਦੇ। ਉਹਨਾਂ ਦਾ ਭੱਖ ਸੋ ਉਥੈ ਨਾਹੀ, ਉਹਨਾਂ ਸਾਕਤ ਪੁਰਸ਼ਾਂ ਦਾ ਭੱਖ ਖਾਣ ਯੋਗ ਪਦਾਰਥ, ਭਾਵ ਚੁਗਲੀ, ਨਿੰਦਿਆ, ਮਾਸ, ਸ਼ਰਾਬ ਆਦਿਕ
ਉੱਥੇ ਸਤ ਸੰਗਤ ਦੇ ਵਿੱਚ ਨਹੀਂ ਹੈ। ਇਸੇ ਕਰਕੇ ਜਾਏ ਕੂੜ ਬਹਿਨ ਭੇਡਾਰੇ, ਉਹ ਭੇਡਾਰੇ ਭੇਡੂ ਛਤਰੇ ਆਦਿਕ ਜਾ ਕਰਕੇ ਝੂਠੇ ਪਦਾਰਥਾਂ ਰੂਪੀ ਵਿਸ਼ਟਾ ਨੂੰ ਹੀ ਲੈਣ ਲੈਂਦੇ ਹਨ। ਝੂਠੇ ਪਦਾਰਥ ਨਾ ਜਿਹੜੇ ਉਹਨਾਂ ਨੂੰ ਹੀ ਪ੍ਰਾਪਤ ਕਰਦੇ ਹਨ। ਉਹ ਝੂਠੇ ਪੁਰਸ਼ ਭੇਡਾਰੇ ਭੇਡਾਂ ਦੀ ਨਿਆਈ ਵਿਸ਼ਟਾ ਹੀ ਖਾਂਦੇ ਹਨ। ਜੋ ਸਾਕਤ ਨਰ ਖਵਾਈਐ ਲੋਚੀਐ, ਜੇਕਰ ਸਾਕਤ ਦੁਸ਼ਟ ਪੁਰਸ਼ਾਂ ਨੂੰ ਚੰਗੇ ਪਦਾਰਥ ਆਦਿਕ ਖਵਾ ਕਰਕੇ ਚੰਗਾ ਬਣਾਉਣਾ ਲੋਚੀਏ, ਚੰਗਾ ਬਣਾਉਣਾ ਚਾਹੀਏ, ਪਰੰਤੂ ਫਿਰ ਵੀ ਬਿਖ ਕੱਢੈ ਮੁਖ ਉਗਲਾਰੇ, ਫਿਰ ਵੀ ਉਹ ਨਿੰਦਿਆ ਰੂਪੀ ਬਿਖ, ਨਿੰਦਿਆ ਰੂਪੀ ਜ਼ਹਿਰ ਨੂੰ ਹੀ ਆਪਣੇ ਮੂੰਹ ਵਿੱਚੋਂ ਉਗਲਾਰੇ ਉਲਟਾ ਬਾਹਰ ਕੱਢਦੇ ਹਨ। ਨਿੰਦਿਆ ਨਹੀਂ ਛੱਡਦੇ ਕਰਨੋਂ। ਕਿਤਨਾ ਵੀ ਸਾਖਤ ਪੁਰਸ਼ਾਂ ਨੂੰ ਚੰਗੇ ਪਦਾਰਥ ਖਵਾ ਦੇਈਏ ਤੇ ਚੰਗਾ ਬਣਾਉਣਾ ਚਾਹੀਏ, ਪਰੰਤੂ ਫਿਰ ਵੀ ਉਹ ਨਿੰਦਿਆ ਰੂਪੀ ਜ਼ਹਿਰ ਨੂੰ ਹੀ ਆਪਣੇ ਮੂੰਹ ਵਿੱਚੋਂ ਉਗਲਾਰੇ ਉਲਟਾ ਬਾਹਰ ਕੱਢਦੇ ਹਨ, ਨਿੰਦਿਆ ਹੀ ਕਰਦੇ ਹਨ। ਹਰ ਸੇਤੀ ਹਰ ਸਾਕਤ ਸੇਤੀ ਸੰਗ ਨਾ ਕਰਿਓ। ਗੁਰੂ ਰਾਮਦਾਸ ਮਹਾਰਾਜ ਜੀ ਗੁਰਸਿੱਖਾਂ ਨੂੰ ਕਹਿਣ ਲੱਗੇ, ਹੇ ਗੁਰਸਿੱਖੋ ਪਿਆਰਿਓ, ਸਾਕਤਾਂ ਨਾਲ, ਦੁਸ਼ਟਾਂ ਨਾਲ ਤੇ ਜਿਹੜੇ ਦੁਸ਼ਟ ਪੁਰਸ਼ ਹਨ ਉਹਨਾਂ ਦੇ ਨਾਲ ਕਦੇ ਵੀ ਸੰਗ, ਕਦੇ ਵੀ ਮੇਲ ਨਾ ਕਰਿਓ। ਹਰ ਸਾਕਤ ਸੇਤੀ ਸੰਗ ਨਾ ਕਰਿਓ ਕਿ ਹਰੀ ਦੇ ਪਿਆਰਿਓ ਸਾਕਤਾਂ ਨਾਲ, ਕਠੋਰ ਚਿੱਤ ਵਾਲਿਆਂ ਨਾਲ ਤੇ ਉਹਨਾਂ ਦੁਸ਼ਟਾਂ ਪੁਰਸ਼ਾਂ ਦੇ ਨਾਲ ਕਦੇ ਵੀ ਸੰਗ, ਕਦੇ ਵੀ ਮੇਲ ਜੋਲ ਨਾ ਕਰਿਓ। ਕਿਉਂਕਿ ਓਏ ਮਾਰੇ ਸਿਰਜਣਹਾਰੇ, ਕਿਉਂਕਿ ਉਹ ਤਾਂ ਸਿਰਜਣਹਾਰੇ ਪਰਮੇਸ਼ਰ ਦੇ ਮਾਰੇ ਹੋਏ ਹਨ, ਨਾਸ ਕੀਤੇ ਹੋਏ ਹਨ। ਕਿ ਹਰੀ ਸਾਕਤ ਪੁਰਸ਼ਾਂ ਦੇ ਨਾਲ ਸਾਡਾ ਮਿਲਾਪ ਨਾ ਕਰਾਇਓ। ਹੇ ਵਾਹਿਗੁਰੂ, ਹੇ ਹਰੀ ਪਰਮੇਸ਼ਰ, ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹਨਾਂ ਪੁਰਸ਼ਾਂ ਦੇ ਨਾਲ, ਸਾਕਤ ਪੁਰਸ਼ਾਂ ਨਾਲ ਸਾਡਾ ਮਿਲਾਪ ਨਾ ਕਰਾਇਓ, ਕਿਉਂਕਿ ਉਹ ਤੇਰੇ ਮਾਰੇ ਭਾਵ ਬੇਮੁਖ ਕੀਤੇ ਹੋਏ ਹਨ। ਜਿਸ ਕਾ ਇਹੋ ਖੇਲ ਸੋਈ ਕਰ ਵੇਖੈ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜਿਸ ਵਾਹਿਗੁਰੂ ਦਾ ਇਹ ਜਗਤ ਰੂਪੀ ਖੇਲ ਕੌਤਕ ਹੈ, ਭਾਵ ਜੋ ਤਾਮਸੀ ਪੁਰਖਾਂ ਦੀ ਉਪਰੋਕਤ ਹਾਲਤ ਵਰਣਨ ਕੀਤੀ ਹੈ, ਰਾਜਸੀਆਂ ਦੀ ਠੱਗੀ ਮਾਰਨ ਵਾਲੀਆਂ ਹਨ, ਸਾਕਤੀਆਂ ਦੀ ਨਿਰਮਾਣੀ ਵਾਲੀ ਹੈ। ਇਉਂ ਉਹ ਪਰਮੇਸ਼ਰ ਆਪ ਹੀ ਖੇਲ ਕਰਕੇ ਵੇਖ ਰਿਹਾ ਹੈ। ਜਨ ਨਾਨਕ ਨਾਮ ਸੰਭਾਰੇ, ਸਤਿਗੁਰੂ ਜੀ ਸਮਝਾ ਰਹੇ ਹਨ, ਭਗਤ ਜਨ ਉਸ ਦੇ ਨਾਮ ਨੂੰ ਯਾਦ ਕਰਦੇ ਤੇ ਨਾਮ ਨੂੰ ਹੀ ਸੰਭਾਲਦੇ ਹਨ। ਮਹੱਲਾ ਚੌਥਾ। ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਉਰ ਧਾਰਿਆ। ਸਤਿਗੁਰੂ ਨੋ ਆਪੜ ਕੋਇ ਨਾ ਸਕਈ, ਜਿਸ ਬਲ ਸਿਰਜਣ ਹਾਰਿਆ। ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਸਤਿਗੁਰੂ ਕਾ ਰਖਣ ਹਾਰਾ ਹਰ ਆਪ ਹੈ, ਸਤਿਗੁਰ ਕੈ ਪਿਛੈ ਹਰ ਸਾਭ ਉਵਾਰਿਆ। ਜੋ ਮੰਦਾ ਚਿਤਬੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਣ ਹਾਰੈ ਮਾਰਿਆ। ਇਹ ਗੱਲ ਹੋਵੈ ਹਰ ਦਰਗਹਿ ਸੱਚੇ ਕੀ, ਜਨ ਨਾਨਕ ਆਗਮ ਵਿਚਾਰਿਆ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਸਤਿਗੁਰ ਪੁਰਖ ਅਗੰਮ ਹੈ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਸਤਿਗੁਰੂ ਗੁਰੂ ਸਾਹਿਬ ਜੀ ਹਰ ਥਾਂ ਤੇ ਪੂਰਨ ਵਿਆਪਕ ਅਤੇ ਮਨ ਦੀ ਹੰਗਤਾ ਤੋਂ ਰਹਿਤ ਹੈ।
ਜਿਸ ਅੰਦਰ ਹਰ ਉਰ ਧਾਰਿਆ, ਜਿਸ ਸਤਿਗੁਰਾਂ ਨੇ ਆਪਣੇ ਹਿਰਦੇ ਦੇ ਅੰਦਰ, ਹਿਰਦੇ ਦੇ ਵਿੱਚ ਪਰਮੇਸ਼ਰ ਨੂੰ ਵਸਾਉਣਾ ਕੀਤਾ ਹੈ, ਧਾਰਨਾ ਕੀਤਾ ਹੈ ਕਿ ਗੁਰੂ ਸਾਹਿਬ ਜੀ ਹਰ ਥਾਂ ਤੇ ਪੁਰਖ ਪੂਰਨ ਵਿਆਪਕ ਅਤੇ ਮਨ ਦੀ ਹੰਗਤਾ ਤੋਂ ਰਹਿਤ ਹੈ। ਸਤਿਗੁਰੂ ਨੂੰ ਆਪੜ ਕੋਇ ਨਾ ਸਕਈ, ਕਿ ਗੁਰੂ ਸਾਹਿਬ ਜੀ ਨੂੰ ਦੁੱਖ ਜਿੱਤਣ ਵਾਲੇ ਕੋਈ ਵੀ ਪਹੁੰਚ ਨਹੀਂ ਸਕਦਾ, ਕਿਉਂਕਿ ਜਿਸ ਵੱਲ ਸਿਰਜਣਹਾਰਿਆ, ਜਿਸ ਗੁਰਾਂ ਦੇ ਵੱਲ, ਗੁਰਾਂ ਦੇ ਤਰਫ ਤਾਂ ਸਿਰਜਣਹਾਰਿਆ ਅਕਾਲ ਪੁਰਖ ਆਪ ਹੈ। ਉਹਨਾਂ ਸਤਿਗੁਰਾਂ ਨੂੰ ਦੁੱਖ ਜਿੱਤਣ ਵਾਲਾ ਕੋਈ ਵੀ ਪਹੁੰਚ ਨਹੀਂ ਸਕਦਾ। ਸਤਿਗੁਰ ਕਾ ਖੜਗ ਸੰਜੋ ਹਰ ਭਗਤ ਹੈ। ਗੁਰੂ ਸਾਹਿਬ ਜੀ ਦਾ ਖੜਗ ਖੰਡਾ, ਤੇਗ ਅਤੇ ਸੰਜੋ, ਕਵਚ ਲੋਹੇ ਦਾ ਵਸਤਰ, ਜਿਸ ਨੂੰ ਪਹਿਨ ਕੇ ਸੂਰਮਿਆਂ ਨੂੰ ਵਸਤਰ ਵੇਦ ਬਿੰਨ ਨਹੀਂ ਸਕਦਾ। ਹਰੀ ਪਰਮੇਸ਼ਰ ਦੀ ਭਗਤੀ ਹੀ ਹੈ ਕਿ ਗੁਰੂ ਸਾਹਿਬ ਦਾ ਖੜਗ ਖੰਡਾ ਤੇ ਤੇਗ ਤੇ ਸੰਜੋ, ਇਹ ਭਗਤੀ ਹੀ ਵਸਤਰ ਸ਼ਾਸਤਰ ਹਨ। ਹਰੀ ਦੀ ਭਗਤੀ ਰੂਪੀ ਸਤਿਗੁਰਾਂ ਦੇ ਪਾਸ ਸ੍ਰੀ ਸਾਹਿਬ ਤੇ ਸੰਜੋ ਹੈ। ਗਿਆਨ ਰੂਪੀ ਤੇਗ ਤੇ ਹਰੀ ਦੀ ਭਗਤੀ ਰੂਪੀ ਸੰਜੋ ਹੈ। ਜਿਤ ਕਾਲ ਕੰਟਕ ਮਾਰ ਬਿਡਾਰਿਆ, ਜਿਤ ਜਿਸ ਦੇ ਨਾਲ ਬਹੁਤ ਲੋਕ ਕੰਟਕ ਦੁਖਦਾਈ ਕਾਲ ਨੂੰ ਮਾਰ ਕੇ ਬਿਡਾਰਿਆ, ਦੂਰ ਕੀਤਾ ਹੈ। ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ। ਹਰੀ ਪਰਮੇਸ਼ਰ ਆਪ ਹੀ ਗੁਰੂ ਸਾਹਿਬ ਜੀ ਦਾ ਰਖਵਾਲਾ, ਰੱਖਿਆ ਕਰਨ ਵਾਲਾ ਹੈ। ਸਤਿਗੁਰ ਕੈ ਪਿੱਛੇ ਹਰ ਸਭ ਉਬਾਰਿਆ, ਗੁਰੂ ਸਾਹਿਬ ਜੀ ਦੇ ਪਿੱਛੇ ਮਗਰ ਜੋ ਤੁਰਨ ਵਾਲੇ ਹਨ, ਭਾਵ ਗੁਰੂ ਜੀ ਦੇ ਭਾਣੇ 'ਚ ਚੱਲਣ ਵਾਲੇ ਹਨ, ਉਹਨਾਂ ਸਭਨਾਂ ਨੂੰ ਪਰਮੇਸ਼ਰ ਨੇ ਆਪ ਉਵਾਰਿਆ, ਬਚਾਉਣਾ ਕੀਤਾ ਹੈ। ਜੋ ਮੰਦਾ ਚਿਤਬੈ ਪੂਰੇ ਸਤਿਗੁਰੂ ਕਾ, ਇਹ ਭਾਈ ਜਿਹੜੇ ਪੂਰਨ ਸਤਿਗੁਰੂ ਗੁਰੂ ਸਾਹਿਬ ਜੀ ਦਾ ਮੰਦਾ ਬੁਰਾ ਚਿਤਬਦਾ ਹੈ, ਸੋ ਆਪ ਉਪਾਵਣ ਹਾਰੈ ਮਾਰਿਆ, ਸੋ ਉਸ ਨੂੰ ਆਪ ਹੀ ਉਪਾਵਣ ਹਾਰੈ, ਪੈਦਾ ਕਰਨ ਵਾਲੇ ਪਰਮੇਸ਼ਰ ਨੇ ਮਾਰਨਾ ਕੀਤਾ ਹੈ। ਇਹ ਗੱਲ ਹੋਵੇ ਹਰ ਦਰਗਹਿ ਸੱਚੇ ਕੀ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ ਇਹ ਗੱਲ, ਇਹ ਬਾਤ ਹਰੀ ਪਰਮੇਸ਼ਰ ਦੀ ਦਰਗਾਹ ਵਿੱਚ, ਦਰਬਾਰ ਵਿੱਚ, ਕਚਹਿਰੀ ਵਿੱਚ ਹੁੰਦੀ ਹੈ। ਜਨ ਨਾਨਕ ਆਗਮ ਵਿਚਾਰਿਆ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜਨਾਂ ਨੇ ਆਗਮ ਹੰਗਤਾ ਤੋਂ ਰਹਿਤ ਉਸ ਪਰਮੇਸ਼ਰ ਦੀ ਹਾਲਤ ਨੂੰ ਤੁਹਾਡੇ ਤਾਈਂ ਵਿਚਾਰ ਕੇ ਦੱਸਿਆ ਹੈ। ਪੌੜੀ ਸੱਚ ਸੁੱਤਿਆਂ ਜਿਨੀ ਅਰਾਧਿਆ, ਜਾਂ ਉੱਠੇ ਤਾਂ ਸੱਚ ਚਵੇ, ਸੇ ਬਿਰਲੇ ਜੁਗ ਮੈਂ ਜਾਣੀਐ, ਜੋ ਗੁਰਮੁਖ ਸੱਚ ਰਵੇ। ਹਉ ਬਲਹਾਰੀ ਤਿਨ ਕੋ, ਜੇ ਅਨਦਿਨ ਸੱਚ ਲਵੇ, ਜਿਨ ਮਨ ਤਨ ਸੱਚਾ ਭਾਵਦਾ, ਸੇ ਸੱਚੀ ਦਰਗਹਿ ਗਵੇ। ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ। ਮਹਾਰਾਜ ਜੀ ਪੌੜੀ ਦੇ ਵਿੱਚ ਬੜੇ ਹੀ ਵਿਸਤਾਰ ਦੇ ਨਾਲ ਨਾਮ ਦੀ ਮਹਿਮਾ ਕਰਦੇ ਹਨ ਕਿ ਸੱਚ ਸੁੱਤਿਆਂ ਜਿਨੀ ਅਰਾਧਿਆ। ਇਹ ਭਾਈ ਜਿਨ੍ਹਾਂ ਨੇ ਸੱਚੇ ਨਾਮ ਨੂੰ ਸੁੱਤਿਆਂ, ਸੁੱਤੇ ਪਿਆਂ, ਸੌਣ ਲੱਗਿਆਂ ਵੀ ਅਰਾਧਿਆ, ਕਿ ਅਰਾਧਨਾ ਕੀਤਾ ਹੈ, ਜਾਪਣਾ ਕੀਤਾ ਹੈ। ਅਤੇ ਜਾਂ ਉੱਠੇ ਤਾਂ ਸੱਚ ਚਵੇ, ਜਦੋਂ ਉੱਠਦੇ ਹਨ ਤਾਂ ਵੀ ਸੱਚੇ ਨਾਮ ਨੂੰ ਚਵੇ ਉਚਾਰਨ ਕਰਦੇ ਹਨ। ਸੇ ਬਿਰਲੇ ਜੁਗ ਮੈਂ ਜਾਣੀਐ, ਉਹ ਇਸ ਯੁੱਗ, ਇਸ ਕਲਯੁਗ ਵਿੱਚ ਬਿਰਲੇ ਹੀ ਜਾਣੀਦੇ ਹਨ। ਜਿਹੜੇ ਜੋ ਗੁਰਮੁਖ ਸੱਚ ਰਵੇ, ਜਿਹੜੇ ਗੁਰਮੁਖ ਅਧਿਕਾਰੀ ਬਣ ਕੇ ਸੱਚੇ ਨਾਮ ਨੂੰ ਉਚਾਰਦੇ ਹਨ, ਸੱਚੇ ਵਿੱਚ
ਰਮੇ ਹੋਏ ਭਾਵ ਮਿਲੇ ਹਨ, ਉਹ ਇਸ ਕਲਯੁਗ ਦੇ ਵਿੱਚ ਬਿਰਲੇ ਹੀ ਜਾਣੀਦੇ ਹਨ। ਕੋਟਨ ਮੈਂ ਕੋਊ ਨਾਰਾਇਣ ਜੇ ਚੀਤ, ਕਿ ਬਿਰਲੇ ਹੀ ਹਨ ਕਰੋੜਾਂ ਦੇ ਵਿੱਚੋਂ ਜਿਨ੍ਹਾਂ ਦੇ ਚਿੱਤ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਸੱਚ ਸੁੱਤਿਆਂ ਜਿਨੀ ਅਰਾਧਿਆ, ਹੈ ਭਾਈ ਜਿਨ੍ਹਾਂ ਨੇ ਸੱਚੇ ਨਾਮ ਨੂੰ ਸੁੱਤੇ ਪਿਆਂ ਜਾਂ ਸੌਣ ਲੱਗਿਆਂ ਅਰਾਧਨਾ ਕੀਤਾ ਹੈ, ਅਤੇ ਜਾਂ ਉੱਠੇ ਤਾਂ ਸੱਚ ਚਵੇ, ਜਾਂ ਜਦੋਂ ਉੱਠਦੇ ਹਨ ਤਾਂ ਵੀ ਸੱਚੇ ਨਾਮ ਨੂੰ ਉਚਾਰਨ ਕਰਦੇ ਹਨ। ਅੱਖ ਖੁੱਲ੍ਹਣ 'ਤੇ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਹਨ। ਸੇ ਬਿਰਲੇ ਯੁਗ ਮੈਂ ਜਾਣੀਐ, ਉਹ ਇਸ ਕਲਯੁਗ ਵਿੱਚ ਬਿਰਲੇ ਹੀ ਜਾਣੀਦੇ ਹਨ, ਜਿਹੜੇ ਸੌਣ ਲੱਗੇ ਜਾਂ ਸੁੱਤਿਆਂ ਪਿਆਂ ਅਰਾਧਨਾ ਕਰਦੇ ਹਨ, ਜਾਂ ਉੱਠਦੇ ਹੋਏ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਹਨ। ਉਹ ਇਸ ਕਲਯੁਗ ਦੇ ਵਿੱਚ ਬਿਰਲੇ ਜਾਣੀਦੇ ਹਨ। ਜੋ ਗੁਰਮੁਖ ਸੱਚ ਰਵੇ, ਜਿਹੜੇ ਗੁਰਮੁਖ ਅਧਿਕਾਰੀ ਬਣ ਕੇ, ਗੁਰੂ ਵਾਲੇ ਬਣ ਕੇ ਸੱਚੇ ਨਾਮ ਨੂੰ ਉਚਾਰਦੇ ਹਨ, ਸੱਚੇ ਵਿੱਚ ਰਮੇ ਹੋਏ ਹਨ, ਮਿਲੇ ਹੋਏ ਹਨ, ਉਹ ਬਿਰਲੇ ਹੀ ਹਨ। ਹਉ ਬਲਿਹਾਰੀ ਤਿਨ ਕੋ, ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਅਸੀਂ ਉਹਨਾਂ ਤਾਈਂ ਬਲਿਹਾਰ ਕੁਰਬਾਨ ਜਾਂਦੇ ਹਾਂ। ਜੇ ਅਨ ਦਿਨ ਸੱਚ ਲਵੇ, ਜਿਹੜੇ ਅਨ ਦਿਨ ਰਾਤ ਦਿਨੇ ਸੱਚੇ ਨਾਮ ਨੂੰ ਲਵੇ ਬੋਲਦੇ ਉਚਾਰਦੇ ਹਨ, ਜਿਹੜੇ ਰਾਤ ਦਿਨ ਸੱਚੇ ਨਾਮ ਦੇ ਲਾਗੇ ਰਹਿੰਦੇ ਹਨ, ਨਾਮ ਦੇ ਨਾਲ ਲੱਗੇ ਰਹਿੰਦੇ ਹਨ। ਜਿਨ ਮਨ ਤਨ ਸੱਚਾ ਭਾਮਦਾ, ਜਿਨ੍ਹਾਂ ਦੇ ਮਨ ਜਿਨ੍ਹਾਂ ਦੇ ਹਿਰਦੇ ਵਿੱਚ ਵੀ ਅਤੇ ਤਨ ਸਰੀਰ ਵਿੱਚ ਵੀ ਸਤ ਸਰੂਪ ਪਰਮੇਸ਼ਰ ਦਾ ਨਾਮ ਭਾਮਦਾ ਭਾਉਂਦਾ ਹੈ, ਚੰਗਾ ਲੱਗਦਾ ਹੈ। ਸੇ ਸੱਚੀ ਦਰਗਹਿ ਗਵੇ, ਸੇ ਉਹ ਪਰਮੇਸ਼ਰ ਦੀ ਸੱਚੀ ਦਰਗਾਹ, ਸੱਚੀ ਨਿਆਏ, ਸੱਚੀ ਸਭਾ ਵਿੱਚ ਗਮਤਾ ਵਾਲੇ ਹੋ ਜਾਂਦੇ ਹਨ, ਗਾਉਣ ਵਾਲੇ ਹੋ ਜਾਂਦੇ ਹਨ। ਉਹਨਾਂ ਦੇ ਜੀਵ ਨੇ ਸੱਚੀ ਦਰਗਾਹ ਵਿੱਚ ਗਾਏ ਜਾਂਦੇ ਹਨ। ਜਿਹੜੇ ਨਾਮ ਜਪਦੇ ਹਨ, ਉਹਨਾਂ ਦੀ ਜੀਵ ਆਤਮਾ ਸੱਚੀ ਦਰਗਾਹ ਵਿੱਚ ਗਾਏ ਜਾਂਦੇ ਹਨ। ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਸੱਚੇ ਨਾਮ ਨੂੰ ਬੋਲਦੇ ਹਾਂ, ਕਿਉਂਕਿ ਉਹ ਨਿਸ਼ਚੇ ਕਰਕੇ ਸਤ ਸਰੂਪ ਪਰਮੇਸ਼ਰ ਹਮੇਸ਼ਾ ਹੀ ਨਵੀਨ ਸਰੂਪ ਹੈ। ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ। ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਮਹਾਰਾਜ ਗੁਰੂ ਰਾਮਦਾਸ ਜੀ, ਕਿ ਅਸੀਂ ਸੱਚੇ ਨਾਮ ਨੂੰ ਹੀ ਬੋਲਦੇ ਹਾਂ, ਕਿਉਂਕਿ ਉਹ ਨਿਸ਼ਚੇ ਕਰਕੇ ਸਤ ਸਰੂਪ ਪਰਮੇਸ਼ਰ ਹਮੇਸ਼ਾ ਹੀ ਨਵੀਨ ਨਵਾਂ ਸਰੂਪ ਹੀ ਹੈ। ਸਲੋਕ ਮਹੱਲਾ ਚੌਥਾ। ਕਿਆ ਸਬਣਾ ਕਿਆ ਜਾਗਣਾ, ਗੁਰਮੁਖ ਤੇ ਪਰਵਾਣ। ਜਿਨ੍ਹਾਂ ਸਾਸ ਗਿਰਾਸ ਨ ਬਿਸਰੈ, ਸੇ ਪੂਰੇ ਪੁਰਖ ਪ੍ਰਧਾਨ। ਕਰਮੀ ਸਤਿਗੁਰ ਪਾਈਐ, ਆਨ ਦਿਨ ਲੱਗੈ ਧਿਆਨ। ਤਿਨ ਕੀ ਸੰਗਤ ਮਿਲ ਰਹਾ, ਦਰਗਹਿ ਪਾਈ ਮਾਨ। ਸੌਂਦੇ ਬਾਹੋ ਬਾਹੋ ਉੱਚ ਰਹੇ, ਉਠਦੇ ਭੀ ਬਾਹੋ ਕਰੇਨ। ਨਾਨਕ ਤੇ ਮੁਖ ਉਜਲੇ, ਜੇ ਨਿਤ ਉਠ ਸੰਭਾਲੇਨ। 313 ਅੰਗ ਤੇ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਗੁਰਮੁਖਾਂ ਦਾ ਕੀ ਸੌਣਾ ਤੇ ਕੀ ਜਾਗਣਾ, ਨੀਂਦ ਤਿਆਗ ਕੇ ਉੱਠਣਾ। ਭਾਵੇਂ ਸੁੱਤੇ ਹਨ ਭਾਵੇਂ ਜਾਗਦੇ ਹਨ, ਉਹ ਗੁਰਮੁਖ ਤਾਂ ਰਾਤ ਦਿਨੇ ਨਾਮ ਜਪਣੇ ਕਰਕੇ ਪ੍ਰਵਾਨ, ਉਹ ਨਾਮ ਜਪਣੇ ਕਰਕੇ ਪ੍ਰਮਾਣਿਕ ਹੁੰਦੇ ਹਨ। ਜਿਨ੍ਹਾਂ ਨੇ ਸੰਸਾਰ ਵੱਲੋਂ ਸੌਣਾ ਕੀਤਾ ਹੈ,
ਜਿਨ੍ਹਾਂ ਨੇ ਸੰਸਾਰ ਵੱਲੋਂ ਸਾਬਣਾ ਸੌਣਾ ਕੀਤਾ ਹੈ ਤੇ ਵਾਹਿਗੁਰੂ ਵੱਲੋਂ ਜਾਗਣਾ ਕੀਤਾ ਹੈ, ਜਿਨ੍ਹਾਂ ਨੇ ਨਿਰਵਿਕਲਪ ਸਮਾਧੀ ਵਿੱਚ ਸੌਣਾ ਕੀਤਾ ਹੈ ਤੇ ਸਾਰੇ ਸੰਸਾਰ ਨੂੰ ਮਿਥਿਆ ਰੂਪ ਨਿਸ਼ਚੇ ਕਰਕੇ ਪਰਮੇਸ਼ਰ ਵਿੱਚ ਲਿਵ ਲਾਉਣ ਰੂਪ ਜਾਗਣਾ ਕੀਤਾ ਹੈ। ਗੁਰਮੁਖ ਤੇ ਪ੍ਰਵਾਨ ਉਹ ਗੁਰਮੁਖ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨਿਕ ਸਫਲੇ ਹਨ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਕਿ ਜਿਨ੍ਹਾਂ ਨੂੰ ਸਾਸ ਗਰਾਸ ਸਾਸ ਗਰਾਸ ਭਾਵ ਸਾਹ ਲੈਂਦਿਆਂ ਤੇ ਗਰਾਸ ਅੰਦਰ ਨੂੰ ਗਰਾਹੀ ਖਾਂਦਿਆਂ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ, ਸੇ ਪੂਰੇ ਪੁਰਖ ਪ੍ਰਧਾਨ ਉਹ ਇਸ ਲੋਕ ਵਿੱਚ ਪੂਰਨ ਪੁਰਖ ਅਤੇ ਪਰਲੋਕ ਵਿੱਚ ਪ੍ਰਧਾਨ ਮੁਖੀ ਹਨ। ਕਾਮ ਆਦਿਕ ਵਿਕਾਰਾਂ ਨੂੰ ਜਿੱਤ ਕੇ ਉਹ ਮੁਖੀ ਹਨ, ਜਿਨ੍ਹਾਂ ਨੇ ਸਾਸ ਗਰਾਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਹੈ ਤੇ ਨਾਮ ਨੂੰ ਭੁੱਲਦੇ ਨਹੀਂ ਹਨ, ਜਿਹੜੇ ਉਹ ਇਸ ਲੋਕ ਤੇ ਪਰਲੋਕ ਵਿੱਚ ਮੁਖੀ ਹੁੰਦੇ ਹਨ। ਕਰਮੀ ਸਤਿਗੁਰ ਪਾਈਐ ਆਨ ਦਿਨ ਲੱਗੈ ਧਿਆਨ। ਇਹ ਦਾਤ ਤਾਂ ਗੁਰੂ ਸਾਹਿਬ ਜੀ ਦੀ ਕਰਮੀ ਹੁੰਦਾ ਬਖਸ਼ ਦੇ ਸਦਕਾ ਪਾਈਂਦੀ ਹੈ। ਜਿਹੜੀ ਨਾਮ ਦੀ ਦਾਤ ਹੈ, ਇਹ ਨਾਮ ਦੀ ਦਾਤ ਤਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੋਂ ਹੀ ਪਾਈਂਦੀ ਹੈ। ਕਰਮੀ ਨਿਸ਼ਕਾਮ ਕਰਮਾਂ ਦੁਆਰਾ ਗੁਰੂ ਸਾਹਿਬ ਜੀ ਨੂੰ ਪ੍ਰਾਪਤ ਕਰੀਂਦਾ ਹੈ, ਜਿਸ ਕਰਕੇ ਅਨ ਦਿਨ ਲੱਗੈ ਧਿਆਨ, ਜਿਸ ਕਰਕੇ ਅਨ ਦਿਨ ਰਾਤ ਦਿਨ ਪਰਮੇਸ਼ਰ ਦੇ ਨਾਮ ਦੇ ਵਿੱਚ ਧਿਆਨ ਲੱਗ ਜਾਂਦਾ ਹੈ, ਲਿਵ ਜੁੜ ਜਾਂਦੀ ਹੈ। ਤਿਨ ਕੀ ਸੰਗਤ ਮਿਲ ਰਹਾ ਦਰਗਹਿ ਪਾਈ ਮਾਨ। ਉਹਨਾਂ ਪਿਆਰਿਆਂ ਦੀ ਸੰਗਤ ਵਿੱਚ ਅਸੀਂ ਮਿਲੇ ਰਹੀਏ। ਇਸ ਪ੍ਰਕਾਰ ਸੱਚੀ ਦਰਗਾਹ, ਸੱਚੀ ਕਰਤਾਰ ਦੀ ਨਿਆਏ ਸਭਾ ਵਿੱਚ ਸਤਕਾਰ ਪਾਈਂਦਾ ਹੈ, ਕਿ ਜਿੱਥੇ ਸਤਕਾਰ ਪਾਈਂਦਾ ਹੈ ਉਹਨਾਂ ਪਿਆਰਿਆਂ ਦੀ ਸੰਗਤ ਵਿੱਚ ਅਸੀਂ ਮਿਲ ਕੇ ਰਹਿਣਾ ਕਰੀਏ। ਤੇ ਮਿਲਣ ਦੇ ਨਾਲ ਸੌਂਦੇ ਵਾਹੋ ਵਾਹੋ ਉੱਚ ਰਹੇ ਗੁਰਮੁਖ ਜਨ ਸੌਂਦੇ ਹੋਏ ਵੀ ਵਾਹੋ ਵਾਹੋ ਵਾਹਿਗੁਰੂ ਵਾਹਿਗੁਰੂ। ਅਸਚਰਜ ਵਾਹਿਗੁਰੂ ਅਸਚਰਜ ਹੈ, ਵਾਹਿਗੁਰੂ ਪ੍ਰੇਰਕ ਹੈ, ਇਉਂ ਉਚਾਰਦੇ ਹਨ। ਅਤੇ ਉੱਠਦੇ ਵੀ ਵਾਹੋ ਘਰੇਨ, ਕਿ ਉੱਠਦੇ ਜਦੋਂ ਉਹ ਉੱਠਦੇ ਹਨ ਉਦੋਂ ਵੀ ਵਾਹੋ ਵਾਹਿਗੁਰੂ ਦਾ ਨਾਮ ਉਚਾਰਨਾ ਕਰਦੇ ਹਨ। ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਮੁਖ ਉਜਲੇ ਪਵਿੱਤਰ ਹਨ, ਜਿਹੜੇ ਨਿਤਾ ਪ੍ਰਤੀ ਉੱਠ ਕੇ ਵਾਹਿਗੁਰੂ ਨੂੰ ਸੰਭਾਲੇਨ, ਸੰਭਾਲਦੇ ਹਨ, ਚੇਤੇ ਕਰਦੇ ਹਨ। ਜਿਨ੍ਹਾਂ ਦੀ ਸੰਸਾਰ ਦੀ ਨਿਤ ਤਾਈਂ ਉੱਠ ਗਈ ਹੈ, ਜਿਨ੍ਹਾਂ ਦੀ ਸੰਸਾਰ ਤੋਂ ਬੁਰੀ ਨੀਤੀ ਉੱਠ ਗਈ ਹੈ ਅਤੇ ਪਰਮੇਸ਼ਰ ਨੂੰ ਸੰਭਾਲਦੇ ਹਨ, ਚੇਤੇ ਕਰਦੇ ਹਨ, ਯਾਦ ਕਰਦੇ ਹਨ, ਉਹਨਾਂ ਦੇ ਮੁਖ ਪਵਿੱਤਰ ਹੁੰਦੇ ਹਨ। ਮਹਾਰਾਜ ਜੀ ਕਥਨ ਕਰਦੇ ਹਨ, ਮਹੱਲਾ ਚੌਥਾ। ਸਤਿਗੁਰ ਸੇਵਿਐ ਆਪਣਾ ਪਾਈਐ ਨਾਮ ਅਪਾਰ। ਭਉ ਜਲ ਡੁੱਬਦਿਆਂ ਕੱਢ ਲਈ ਹਰ ਦਾਤ ਕਰੇ ਦਾਤਾਰ। ਧਨ ਧਨ ਸੇ ਸਾਹ ਹੈ ਜੇ ਨਾਮ ਕਰੇ ਹੈ ਵਾਪਾਰ। ਬਣਜਾਰੇ ਸਿੱਖ ਆਵਦੇ ਸ਼ਬਦ ਲਗਾਵਣ ਹਾਰ। ਜਨ ਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਸਿਰਜਣਹਾਰ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਬਾਣੀ ਦੁਆਰਾ ਸਿੱਖਿਆ ਦੇ ਰਹੇ ਹਨ। ਸਤਿਗੁਰ ਸੇਵੀਐ ਆਪਣਾ। हे ਭਾਈ, ਗੁਰੂ ਸਾਹਿਬ ਜੀ ਨੂੰ ਆਪਣਾ ਜਾਣ ਕੇ ਸੇਵਨਾ ਕਰੀਏ, ਸਿਮਰਨਾ ਕਰੀਏ ਤਾਂ ਪਾਈਐ ਨਾਮ ਅਪਾਰ, ਤਾਂ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਅੰਮ੍ਰਿਤ ਨਾਮ ਪਾ ਲਈਦਾ ਹੈ।
ਸਤਿਗੁਰ ਸੇਵੀਐ ਆਪਣਾ, ਪਾਈਐ ਨਾਮ ਅਪਾਰ। हे ਭਾਈ, ਸਤਿਗੁਰੂ ਸਾਹਿਬ ਜੀ ਨੂੰ ਆਪਣਾ ਜਾਣ ਕੇ ਸੇਵਨਾ ਕਰੀਏ ਤਾਂ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਪਾ ਲੈਂਦਾ ਹੈ। ਭਉ ਜਲ ਡੁੱਬਦਿਆਂ ਕੱਢ ਲਏ, ਹਰ ਦਾਤ ਕਰੇ ਦਾਤਾਰ। ਦਾਤਾਂ ਦੇਣ ਵਾਲਾ ਪਰਮੇਸ਼ਰ ਸਤਿਗੁਰਾਂ ਦੀ ਪ੍ਰਾਪਤੀ ਰੂਪੀ ਦਾਤ ਦੇਣਾ ਕਰੇ ਤਾਂ ਸਤਿਗੁਰੂ ਜੀ ਸੰਸਾਰ ਸਮੁੰਦਰ ਵਿੱਚ ਡੁੱਬਣ ਵਾਲਿਆਂ ਨੂੰ ਮੁਕਤੀ ਰੂਪੀ ਕਿਨਾਰੇ ਤੇ ਕੱਢ ਲੈਂਦੇ ਹਨ। ਹਰ ਦਾਤ ਕਰੇ ਦਾਤਾਰ ਹਰੀ, ਜੋ ਦਾਤਾਰ ਦਾਤਾਂ ਦੇਣ ਵਾਲਾ ਪਰਮੇਸ਼ਰ ਹੈ। ਗੁਰੂ ਸਾਹਿਬ ਜੀ ਉਸ ਦੇ ਨਾਮ ਦੀ ਦਾਤ ਨਾਮ ਬਖਸ਼ਿਸ਼ ਕਰਦੇ ਹਨ। ਹਰੀ ਉਹਨਾਂ ਨੂੰ ਦਾਤਾਰ ਬਣ ਕੇ ਦਾਤ ਦੇਣਾ ਕਰਦਾ ਹੈ। ਧੰਨ ਧੰਨ ਸੇ ਸਾਹਾ ਹੈ, ਜੇ ਨਾਮ ਕਰਹਿ ਵਪਾਰ। ਉਹ ਗੁਰਮੁਖ ਧਨਤਾ ਦੇ ਯੋਗ ਹਨ, ਉਹ ਸਾਹਾ ਸਾਹੂਕਾਰ ਧਨਤਾ ਦੇ ਯੋਗ ਹਨ, ਜਿਹੜੇ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ ਹਨ। ਧੰਨ ਧੰਨ ਸੇ ਸਾਹਾ ਹੈ, ਜੇ ਨਾਮ ਕਰਹਿ ਵਪਾਰ। ਉਹ ਗੁਰਮੁਖ ਧਨਤਾ ਦੇ ਯੋਗ ਹਨ, ਉਹ ਸਾਹ ਸਾਹੂਕਾਰ ਧਨਤਾ ਦੇ ਯੋਗ ਹਨ, ਜਿਹੜੇ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ ਹਨ। ਜੈਸਾ ਕਿ ਹਾਮ ਤਨਵੰਤ ਭਾਖਟ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਉਹ ਤਨਵੰਤ ਭਾਖਟ ਸੱਚ ਨਾਏ, ਜਿਹੜੇ ਸੱਚੇ ਨਾਮ ਦਾ ਧਨ ਇਕੱਠਾ ਕਰਦੇ ਹਨ, ਨਾਮ ਜਪਦੇ ਹਨ। ਉਹ ਤਨਵੰਤ ਬਹੁਤੇ ਧਨ ਵਾਲੇ ਹਨ। ਹਰ ਗੁਣ ਗਾਵੇ ਸਹਿਜ ਸੁਭਾਏ, ਜਿਹੜੇ ਹਰੀ ਦੇ ਗੁਣ ਸੁਤੇ ਸਿੱਧ ਹੀ ਗਾਉਂਦੇ ਰਹਿੰਦੇ ਹਨ। ਉਹ ਤਨਵੰਤ ਨਾਮ ਰੂਪੀ ਧਨ ਵਾਲੇ ਹਨ। ਬਣਜਾਰੇ ਸਿੱਖ ਆਵਦੇ ਸ਼ਬਦ ਲੰਘਾਵਣ ਹਾਰ। ਜਿਹੜੇ ਸਿੱਖ, ਜਿਹੜੇ ਮੁਰੀਦ ਨਾਮ ਦੇ ਬਣਜਾਰੇ ਵਪਾਰ ਕਰਨ ਵਾਲੇ ਗੁਰੂ ਜੀ ਕੋਲ ਆਉਂਦੇ ਹਨ, ਸ਼ਬਦ ਲੰਘਾਵਣ ਹਾਰ, ਉਹਨਾਂ ਨੂੰ ਗੁਰੂ ਸਾਹਿਬ ਜੀ ਸ਼ਬਦ ਦੀ ਉਪਦੇਸ਼ ਦੀ ਬਖਸ਼ਿਸ਼ ਕਰਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਹਨ। ਜਨ ਨਾਨਕ ਜਿਨ ਕੋ ਕਿਰਪਾ ਭਈ, ਤਿਨ ਸੇਵਿਆ ਸਿਰਜਣਹਾਰ। ਜਨ ਨਾਨਕ ਜਿਨ ਕੋ ਕਿਰਪਾ ਭਈ, ਤਿਨ ਸੇਵਿਆ ਸਿਰਜਣਹਾਰ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਪੁਰਸ਼ਾਂ ਤਾਈਂ ਗੁਰੂ ਸਾਹਿਬ ਜੀ ਦੀ ਕਿਰਪਾ ਦਇਆ ਦ੍ਰਿਸ਼ਟੀ ਹੋਈ ਹੈ, ਤਿਨ ਸੇਵਿਆ ਸਿਰਜਣਹਾਰ, ਉਹਨਾਂ ਨੇ ਹੀ ਸਿਰਜਣਹਾਰ ਪੈਦਾ ਕਰਨ ਵਾਲੇ ਪਰਮੇਸ਼ਰ ਦਾ ਸੇਵਨ ਕੀਤਾ ਹੈ, ਸਿਮਰਨ ਕੀਤਾ ਹੈ, ਪੂਜਨ ਕੀਤਾ ਹੈ। ਜਨ ਨਾਨਕ ਜਿਨ ਕੋ ਕਿਰਪਾ ਭਈ, ਤਿਨ ਸੇਵਿਆ ਸਿਰਜਣਹਾਰ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਜਿਨ੍ਹਾਂ ਪੁਰਸ਼ਾਂ ਤਾਈਂ ਗੁਰੂ ਸਾਹਿਬ ਜੀ ਦੀ ਕਿਰਪਾ ਦਇਆ ਦ੍ਰਿਸ਼ਟੀ ਹੋਈ ਹੈ, ਉਹਨਾਂ ਨੇ ਹੀ ਸਿਰਜਣਹਾਰ ਪੈਦਾ ਕਰਨ ਵਾਲੇ ਪਰਮੇਸ਼ਰ ਦਾ ਸਿਮਰਨ ਪੂਜਨ ਕੀਤਾ ਹੈ। ਪੌੜੀ ਸੱਚ ਸੱਚੇ ਕੇ ਜਨ ਭਗਤ ਹੈ, ਸੱਚ ਸੱਚਾ ਜਿਨੀ ਅਰਾਧਿਆ। ਜਿਨ ਗੁਰਮੁਖ ਖੋਜ ਢੰਡੂੰਦਿਆ, ਜਿਨ ਗੁਰਮੁਖ ਖੋਜ ਢੰਡੋਲਿਆ, ਤਿਨ ਅੰਦਰੋਂ ਹੀ ਸੱਚ ਲਾਧਿਆ। ਸੱਚ ਸਾਹਿਬ ਸੱਚ ਜਿਨੀ ਸੇਵਿਆ, ਕਾਲ ਕੰਟਕ ਮਾਰ ਤਿਨੀ ਸਾਧਿਆ। ਸੱਚ ਸੱਚਾ ਸਬਦੋਂ ਵੱਡਾ ਹੈ, ਸੱਚ ਸੇਵਨ ਸੇ ਸੱਚ ਰਲਾਧਿਆ। ਸੱਚ ਸੱਚੇ ਨੋ ਸਾਵਾਸ ਹੈ, ਸੱਚ ਸੱਚਾ ਸੇਵ ਫਲਾਧਿਆ। ਪੌੜੀ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਸੱਚ ਸੱਚੇ ਕੇ ਜਨ ਭਗਤ ਹੈ। ਹੇ ਭਾਈ, ਸੱਚ ਹੁੰਦਾ ਨਿਹਚੇ ਕਰਕੇ ਜਾਣੋ ਕਿ ਉਹ ਜਨ, ਉਹ ਪੁਰਸ਼ ਪਰਮੇਸ਼ਰ ਦੇ ਭਗਤ ਜਨ ਹਨ, ਜਿਨ੍ਹਾਂ ਨੇ ਨਿਸ਼ਚੇ ਕਰਕੇ ਸਤ ਸਰੂਪ ਅਕਾਲ ਪੁਰਖ ਨੂੰ ਅਰਾਧਨਾ ਕੀਤਾ ਹੈ। ਸੱਚ ਸੱਚੇ ਕੇ ਜਨ ਭਗਤ ਹਾਹੇ, ਸੱਚ ਸੱਚਾ ਜਿਨੀ ਅਰਾਧਿਆ। ਕਿ ਹੇ ਭਾਈ, ਨਿਸ਼ਚੇ ਕਰਕੇ ਜਾਣੋ ਕਿ ਉਹ ਜਨ, ਉਹ ਪੁਰਖ
ਪਰਮੇਸ਼ਰ ਦੇ ਭਗਤ ਹਨ, ਜਿਨ੍ਹਾਂ ਨੇ ਨਿਸ਼ਚੇ ਕਰਕੇ ਸਤ ਸਰੂਪ ਅਕਾਲ ਪੁਰਖ ਨੂੰ ਆਰਾਧਨਾ ਕੀਤਾ ਹੈ, ਜਿਨ੍ਹਾਂ ਨੇ ਸੱਚੇ ਦਾ ਸ਼ਰਾਵਣ ਕੀਤਾ ਹੈ, ਜਿਨ੍ਹਾਂ ਨੇ ਸੱਚੇ ਦਾ ਮੰਨਣ ਕੀਤਾ ਹੈ, ਅਤੇ ਜਿਨ੍ਹਾਂ ਦੇ ਦਿਲ ਵਿੱਚ ਭਾਵਨਾ, ਜਿਨ੍ਹਾਂ ਨੇ ਦਿਲ ਦੀ ਭਾਵਨਾ ਨਾਲ ਆਰਾਧਿਆ ਹੈ, ਚੇਤੇ ਕੀਤਾ ਹੈ, ਉਹ ਹੀ ਨਿਸ਼ਚੇ ਕਰਕੇ ਸੱਚੇ ਹਨ। ਮਹਾਰਾਜ ਜੀ ਕਥਨ ਕਰਦੇ ਹਨ, ਜਿਨ ਗੁਰਮੁਖ ਖੋਜ ਢੰਡੋਲਿਆ, ਜਿਨ੍ਹਾਂ ਨੇ ਖੋਜੀ ਹੋ ਕੇ, ਖੋਜਣ ਵਾਲੇ ਹੋ ਕੇ ਗੁਰਮੁਖਾਂ ਦੀ ਸੰਗਤ ਦੁਆਰਾ ਪਰਮੇਸ਼ਰ ਨੂੰ ਢੰਡੋਲਿਆ, ਖੋਜਿਆ ਹੈ, ਤਿੰਨ ਅੰਦਰ ਹੀ ਸੱਚ ਲਾਧਿਆ। ਉਹਨਾਂ ਗੁਰਮੁਖਾਂ ਨੇ ਗੁਰਾਂ ਦੁਆਰਾ ਉਸ ਪਰਮੇਸ਼ਰ ਦੇ ਖੋਜ ਹੁੰਦਾ ਹੈ ਰਸਤੇ ਨੂੰ ਖੋਜਿਆ ਹੈ। ਉਹਨਾਂ ਦੇ ਅੰਦਰੋਂ ਹੀ ਸੱਚੇ ਪਰਮੇਸ਼ਰ ਨੂੰ, ਉਹਨਾਂ ਨੇ ਆਪਣੇ ਅੰਦਰੋਂ ਹੀ ਸੱਚੇ ਪਰਮੇਸ਼ਰ ਨੂੰ ਲੱਭ ਲਿਆ ਹੈ, ਪ੍ਰਾਪਤ ਕਰ ਲਿਆ ਹੈ। ਜਿਨ੍ਹਾਂ ਨੇ ਖੋਜੀ ਹੋ ਕੇ ਗੁਰਮੁਖਾਂ ਦੀ ਸੰਗਤ ਦੁਆਰਾ ਪਰਮੇਸ਼ਰ ਨੂੰ ਖੋਜਿਆ ਹੈ, ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰਾ ਉਸ ਪਰਮੇਸ਼ਰ ਦੇ ਰਸਤੇ ਨੂੰ ਖੋਜਿਆ ਹੈ, ਉਹਨਾਂ ਨੇ ਅੰਦਰੋਂ ਹੀ ਸੱਚੇ ਪਰਮੇਸ਼ਰ ਨੂੰ ਲੱਭ ਲਿਆ ਹੈ, ਪ੍ਰਾਪਤ ਕਰ ਲਿਆ ਹੈ। ਸੱਚਾ ਸਾਹਿਬ ਸੱਚ ਜਿਨੀ ਸੇਵਿਆ, ਇਹ ਭਾਈ ਜਿਨ੍ਹਾਂ ਨੇ ਨਿਸ਼ਚੇ ਕਰਕੇ ਸੱਚੇ ਸਾਹਿਬ ਮਾਲਕ ਪਰਮੇਸ਼ਰ ਦਾ ਸਿਮਰਨ ਕੀਤਾ ਹੈ। ਸੱਚੇ ਸਾਹਿਬ ਗੁਰੂ ਸਾਹਿਬ ਜੀ ਹਨ ਕਿ ਜਿਨ੍ਹਾਂ ਨੇ ਨਿਸ਼ਚੇ ਕਰਕੇ ਗੁਰੂ ਜੀ ਦੇ ਉਪਦੇਸ਼ ਦਾ ਸੇਵਨ ਕੀਤਾ ਹੈ। ਤਿੰਨਾਂ ਨੇ ਦੁਖਦਾਈ ਕਾਲ ਕੰਟਕ ਮਾਰ ਤਿੰਨੀ ਸਾਧਿਆ, ਕਿ ਤਿੰਨਾਂ ਨੇ ਕੰਟਕ ਦੁਖਦਾਈ ਕਾਲ ਨੂੰ ਮਾਰ ਕੇ ਸਾਧ ਲਿਆ ਹੈ। ਸੱਚ ਸੱਚਾ ਸਭ ਤੋਂ ਵੱਡਾ ਹੈ, ਸੱਚ ਸੇਵਨ ਸੇ ਸੱਚ ਰਲਾਧਿਆ। ਨਿਸ਼ਚੇ ਕਰਕੇ ਸੱਚਾ ਪਾਤਸ਼ਾਹ ਸਾਰਿਆਂ ਤੋਂ ਵਿਸਤਾਰ ਵਾਲਾ ਹੈ, ਵੱਡਾ ਹੈ, ਭਾਵ ਸ਼੍ਰੋਮਣੀ ਹੈ, ਮੁਖੀਆ ਹੈ। ਸੱਚ ਸੇਵਨ ਸੇ ਸੱਚ ਰਲਾਧਿਆ, ਜਿਹੜੇ ਸੱਚੇ ਨੂੰ ਸੇਵਦੇ ਹਨ ਉਹ ਸੱਚੇ ਵਿੱਚ ਹੀ ਰਲਾਧਿਆ, ਰਲ ਜਾਂਦੇ ਹਨ। ਜਿਹੜੇ ਉਸ ਪਰਮੇਸ਼ਰ ਨੂੰ ਸੇਵਦੇ ਹਨ, ਸੱਚੇ ਨੂੰ, ਉਹ ਸੱਚੇ ਦੇ ਵਿੱਚ ਹੀ ਰਲ ਜਾਂਦੇ ਹਨ। ਨਿਸ਼ਚੇ ਕਰਕੇ ਸੱਚਾ ਪਾਤਸ਼ਾਹ ਸਾਰਿਆਂ ਤੋਂ ਵਿਸਥਾਰ ਵਾਲਾ ਹੈ, ਵੱਡਾ ਹੈ, ਸ਼੍ਰੋਮਣੀ ਹੈ। ਸੱਚ ਸੱਚੇ ਨੂੰ ਸਵਾਸ ਹੈ, ਸੱਚ ਸੱਚਾ ਸੇਵ ਫਲਾਧਿਆ। ਸੱਚੇ ਦਾ ਨਾਮ ਜਪਣ ਵਾਲਿਆਂ ਨੂੰ, ਸੱਚੇ ਦਾ ਮੰਨਣ ਕਰਨ ਵਾਲਿਆਂ ਨੂੰ ਧੰਨ ਧੰਨ ਕਹੀਦਾ ਹੈ। ਜਿਹੜੇ ਸੱਚੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਹਨ, ਸੱਚੇ ਪਰਮੇਸ਼ਰ ਦੇ ਨਾਮ ਨੂੰ ਮੰਨਣ ਵਾਲੇ ਹਨ, ਉਹਨਾਂ ਨੂੰ ਸਵਾਸ ਧੰਨ ਧੰਨ ਕਹੀਦਾ ਹੈ। ਜਿਨ੍ਹਾਂ ਨੇ ਸੱਚੇ ਨੂੰ ਸ਼ਰਾਵਣ ਕੀਤਾ ਹੈ, ਸੱਚੇ ਦਾ ਮੰਨਣ ਕੀਤਾ ਹੈ, ਸੱਚੇ ਦਾ ਨਿਧਿਆਸਨ ਕਰਕੇ ਸਖਿਆਤ ਕੀਤਾ ਹੈ, ਉਹਨਾਂ ਨੇ ਸੱਚਾ ਸੁਖ ਰੂਪ ਸੇਵਨ ਕਰਕੇ ਫਲਾਧਿਆ ਆਦਿਕ ਫਲ ਪ੍ਰਾਪਤ ਕੀਤਾ ਹੈ, ਸਹਿਤ ਫਲ ਦੇ ਹੋਏ ਹਨ। ਮਹੱਲਾ ਚੌਥਾ, ਸ਼ਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਉਲਾਂਭੇ ਦਿੰਦੇ ਹਨ ਜਿਹੜੇ ਨਾਮ ਨਹੀਂ ਜਪਦੇ। ਮਹਾਰਾਜ ਜੀ ਕਹਿਣ ਲੱਗੇ, ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਣ ਭਰਮਾਏ। ਕਿ ਮਨਮੁਖ ਬੇਮੁਖ ਪ੍ਰਾਣੀ ਜਿਹੜੇ ਪੁਰਸ਼ ਹਨ, ਬੇਸਮਝ ਹੁੰਦੇ ਹਨ, ਉਹ ਨਾਮ ਤੋਂ ਖਾਲੀ ਹੋਣ ਕਰਕੇ 84 ਲੱਖ ਜੂਨਾਂ ਵਿੱਚ ਭਰਮਾਇਆ ਜਾਂਦਾ ਹੈ। ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਣ ਭਰਮਾਏ। ਕਿ ਮਨਮੁਖ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ, ਜੋ ਬੇਮੁਖ ਪ੍ਰਾਣੀ ਬੇਸਮਝ ਹੁੰਦੇ ਹਨ, ਉਹ ਨਾਮਹੀਣ, ਨਾਮ ਤੋਂ ਖਾਲੀ ਹੋਣ ਕਰਕੇ 84 ਲੱਖ ਜੂਨਾਂ ਵਿੱਚ ਭਰਮਾਇਆ ਜਾਂਦੇ ਹਨ। ਬਿਨ ਗੁਰ ਮਨੁਆ ਨਾ ਟਿਕੈ। ਕਿ ਉਹ ਮਨਮੁਖ ਉਸ ਮਨਮੁਖ ਦਾ
ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਗੈਰ ਮਨੁਆ ਮਨ ਟਿਕਦਾ ਨਹੀਂ ਹੈ। ਜਿਹੜੇ ਮਨਮੁਖ ਹੁੰਦੇ ਹਨ ਕਿ ਉਸ ਮਨਮੁਖ ਦਾ ਬਿਨ ਗੁਰ ਮਨੁਆ ਨਾ ਟਿਕੈ, ਕਿ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਗੈਰ ਮਨੁਆ ਮਨ ਟਿਕਦਾ ਨਹੀਂ ਹੈ। ਇਸ ਕਰਕੇ ਫਿਰ ਜੂਨੀ ਪਾਏ, ਇਸ ਕਰਕੇ ਉਹ ਮੁੜ ਮੁੜ ਕੇ ਜੂਨਾਂ ਵਿੱਚ ਪੈਂਦੇ ਹਨ, ਜਿਹੜੇ ਨਾਮ ਤੋਂ ਹੀਣੇ ਹਨ, ਨਾਮ ਤੋਂ ਖਾਲੀ ਹਨ। ਹਰ ਪ੍ਰਭ ਆਪ ਦਿਆਲ ਹੋਏ, ਕਿ ਜੇਕਰ ਹਰੀ ਪਰਮੇਸ਼ਰ ਆਪ ਹੀ ਦਿਆਲੂ ਹੋਵੇ ਤਾਂ ਸਤਿਗੁਰ ਮਿਲਿਆ ਆਏ, ਤਾਂ ਮਨੁੱਖਾ ਜਨਮ ਦੇ ਵਿੱਚ ਸਤਿਗੁਰੂ ਗੁਰੂ ਸਾਹਿਬ ਜੀ ਆ ਕੇ ਮਿਲਦਾ ਹੈ। ਇਹੋ ਹੀ ਬਾਰੀ ਹੁੰਦੀ ਹੈ ਪੂਰਨ ਗੁਰੂ ਨੂੰ ਮਿਲਣ ਦੀ, ਕਿ ਹਰ ਪ੍ਰਭ ਆਪ ਦਿਆਲ ਹੋਏ ਤਾਂ ਸਤਿਗੁਰ ਮਿਲਿਆ ਆਏ। ਜੇਕਰ ਹਰੀ ਵਾਹਿਗੁਰੂ ਪਰਮੇਸ਼ਰ ਆਪ ਹੀ ਦਿਆਲੂ ਹੋਵੇ ਤਾਂ ਇਸ ਮਨੁੱਖਾ ਜਨਮ ਵਿੱਚ ਗੁਰੂ ਸਾਹਿਬ ਜੀ ਆ ਕੇ ਮਿਲਦਾ ਹੈ। ਜਨ ਨਾਨਕ ਨਾਮ ਸਲਾਹੇ ਤੂੰ, ਜਨਮ ਮਰਨ ਦੁੱਖ ਜਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਜਨਾ, ਹੇ ਪੁਰਖਾ, ਜੇਕਰ ਤੈਨੂੰ ਗੁਰਾਂ ਤੇ ਨਿਸ਼ਚਾ ਹੈ, ਗੁਰਾਂ ਤੇ ਯਕੀਨ ਹੈ, ਤਾਂ ਤੂੰ ਨਾਮ ਨੂੰ ਸਲਾਹੁਣਾ ਕਰ, ਨਾਮ ਨੂੰ ਜਪਣਾ ਕਰ, ਜਿਸ ਕਰਕੇ ਜਨਮ ਮਰਨ ਦੁੱਖ ਜਾਏ, ਜਿਸ ਕਰਕੇ ਤੇਰਾ ਜਨਮ ਮਰਨ, ਜੰਮਣ ਮਰਨ ਦਾ ਦੁੱਖ ਕਲੇਸ਼ ਕਸ਼ਟ ਹੈ ਜਿਹੜਾ ਇਹ ਚਲਿਆ ਜਾਏਗਾ। ਮਹੱਲਾ ਚੌਥਾ। ਗੁਰ ਸਲਾਹੀ ਆਪਣਾ ਬਹੁ ਵਿਧ ਰੰਗ ਸੁਭਾਏ। ਇਹ ਭਾਈ ਬਹੁਤ ਤਰ੍ਹਾਂ ਕਰਕੇ ਤੇ ਪ੍ਰੇਮ ਸ੍ਰੇਸ਼ਟ ਭਾਵਨਾ ਨਾਲ ਆਪਣਾ ਜਾਣ ਕੇ ਗੁਰਾਂ ਨੂੰ ਸਲਾਹੁਣਾ ਕਰ। ਗੁਰ ਸਲਾਹੀ ਆਪਣਾ ਬਹੁ ਵਿਧ ਰੰਗ ਸੁਭਾਏ। ਹੈ ਭਾਈ ਬਹੁਤ ਤਰ੍ਹਾਂ ਪ੍ਰੇਮ ਅਤੇ ਸ੍ਰੇਸ਼ਟ ਭਾਵਨਾ ਨਾਲ ਆਪਣਾ ਜਾਣ ਕੇ ਗੁਰਾਂ ਨੂੰ ਸਲਾਹੁਣਾ ਕਰ। ਸਤਿਗੁਰ ਸੇਤੀ ਮਨ ਰਤਾ ਰੱਖਿਆ ਬਣਤ ਬਣਾਏ। ਜਿਨ੍ਹਾਂ ਦਾ ਮਨ, ਜਿਨ੍ਹਾਂ ਦਾ ਹਿਰਦਾ ਗੁਰੂ ਸਾਹਿਬ ਜੀ ਨੇ ਨਾਲ ਸੇਤੀ ਹੁੰਦਾ, ਨਾਲ ਰਤਿਆ ਗਿਆ ਹੈ। ਜਿਨ੍ਹਾਂ ਦਾ ਮਨ ਹਿਰਦਾ ਗੁਰੂ ਸਾਹਿਬ ਦੇ ਨਾਲ ਰੰਗਿਆ ਗਿਆ ਹੈ। ਰੱਖਿਆ ਬਣਤ ਬਣਾਏ, ਉਹਨਾਂ ਨੇ ਆਪਣੇ ਹਿਰਦੇ ਵਿੱਚ ਸਰਦਾ ਭਗਤੀ ਖਿਮਾ ਆਦਿਕ ਗੁਣਾਂ ਦੀ ਬਣਤ ਬਣਾਵਟ ਬਣਾ ਕੇ ਰੱਖਣਾ ਕੀਤੀ ਹੈ। ਜਿਹਬਾ ਸਲਾਹੇ ਨਾ ਰਜਈ ਹਰ ਪ੍ਰੀਤਮ ਚਿੱਤ ਲਾਏ। ਉਹਨਾਂ ਗੁਰਮੁਖਾਂ ਦੀ ਜਿਹਬਾ ਰਸਨਾ ਪਰਮੇਸ਼ਰ ਨੂੰ ਸਲਾਹੁੰਦੀ ਰਜਦੀ ਤ੍ਰਿਪਤ ਨਹੀਂ ਹੁੰਦੀ। ਉਹਨਾਂ ਦੇ ਚਿੱਤ, ਉਹਨਾਂ ਦੇ ਮਨ ਨੂੰ ਸਤਿਗੁਰਾਂ ਨੇ ਹਰ ਪ੍ਰੀਤਮ ਚਿੱਤ ਲਾਏ। ਹਰੀ ਪ੍ਰੀਤਮ ਪਿਆਰੇ ਨਾਲ ਚਿੱਤ ਨੂੰ ਲਾ ਦਿੱਤਾ ਹੈ। ਜਿਹਬਾ ਸਲਾਹੇ ਨਾ ਰਜੇ ਹਰ ਪ੍ਰੀਤਮ ਚਿੱਤ ਲਾਏ। ਉਹਨਾਂ ਗੁਰਮੁਖਾਂ ਦੀ ਜਿਹਬਾ ਰਸਨਾ ਪਰਮੇਸ਼ਰ ਨੂੰ ਸਲਾਹੁੰਦੀ ਰਜਦੀ ਨਹੀਂ। ਉਹਨਾਂ ਦੇ ਚਿੱਤ, ਉਹਨਾਂ ਦੇ ਮਨ ਨੂੰ ਸਤਿਗੁਰਾਂ ਨੇ ਹਰੀ ਪਰਮੇਸ਼ਰ ਪਿਆਰੇ ਨਾਲ ਲਾ ਦਿੱਤਾ ਹੈ। ਨਾਨਕ ਨਾਵੈ ਕੀ ਮਨ ਭੁੱਖ ਹੈ, ਮਨ ਤ੍ਰਿਪਤੈ ਹਰ ਰਸ ਖਾਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹਨਾਂ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਤਾਂ ਇੱਕ ਪਰਮੇਸ਼ਰ ਦੇ ਨਾਮ ਦੀ ਹੀ ਭੁੱਖ ਹੈ। ਹਰੀ ਦਾ ਨਾਮ ਰਸ ਖਾਣ ਕਰਕੇ ਹੀ ਉਹਨਾਂ ਦਾ ਹਿਰਦਾ ਰਜਦਾ ਹੈ। ਪੌੜੀ ਦੇ ਅੰਦਰ ਅੱਗੇ ਮਹਾਰਾਜ ਜੀ ਸਮਝਾ ਰਹੇ ਹਨ, ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿਨ ਬਣਾਈਆਂ। ਕਿ ਹੇ ਭਾਈ, ਨਿਸ਼ਚੇ ਕਰਕੇ ਉਸ ਸਤ ਸਰੂਪ ਪਰਮੇਸ਼ਰ ਆਪਣੀ ਕੁਦਰਤ, ਆਪਣੀ ਸ਼ਕਤੀ ਕਰਕੇ ਜਾਣਿਆ ਜਾਂਦਾ ਹੈ। ਦਿਨ ਰਾਤੀ ਜਿਨ ਬਣਾਈਆਂ, ਜਿਸ ਪਰਮੇਸ਼ਰ ਨੇ ਦਿਨ ਦਿਵਸ ਤੇ ਰਾਤ ਬਣਾਉਣਾ ਕੀਤੀ ਹੈ। ਦਿਨ ਦੀ ਨਿਆਈ ਗਿਆਨ ਤੇ ਰਾਤ ਦੀ ਨਿਆਈ ਅਗਿਆਨੀ ਅਵਿਦਿਆ ਵਾਲੇ ਆਦਿਕ ਸਭ ਰਚਨਾ ਨੂੰ ਪਰਮੇਸ਼ਰ ਨੇ ਬਣਾਉਣਾ ਕੀਤਾ ਹੈ। ਸੋ ਸੱਚ ਸਲਾਹੀ ਸਦਾ ਸਦਾ, ਸੱਚ ਸੱਚੇ ਕੀਆਂ ਵਡਿਆਈਆਂ। ਇਹ ਭਾਈ, ਉਸ ਸੱਚੇ ਨੂੰ ਸਦਾ ਹਮੇਸ਼ਾ
ਸਲਾਹੁਣਾ ਕਰੀਏ। ਜਿਸ ਸਤ ਸਰੂਪ ਪਰਮੇਸ਼ਰ ਦੀਆਂ ਵਡਿਆਈਆਂ ਉੱਚਤਾ ਤਾਰੀਫਾਂ ਸੱਚੀਆਂ ਹਨ। ਸਲਾਹੀ ਸੱਚ ਸਲਾਹ ਸੱਚ, ਸੱਚ ਕੀਮਤ ਕਿਨੈ ਨਾ ਪਾਈਆ। ਇਹ ਭਾਈ ਸੰਤ ਜਨ ਸੱਚੇ ਨੂੰ ਸਲਾਹੁੰਦੇ ਹਨ। ਨਾਮ ਜਪਣ ਵਾਲੇ ਸਤਿਗੁਰ ਦੇ ਪਿਆਰੇ ਉਸ ਸੱਚੇ ਪਰਮੇਸ਼ਰ ਨੂੰ ਸਲਾਹੁੰਦੇ ਹਨ। ਤੁਸੀਂ ਵੀ ਉਹਨਾਂ ਨਾਲ ਮਿਲ ਕੇ ਸੱਚੇ ਪਰਮੇਸ਼ਰ ਨੂੰ ਸਲਾਹੁਣਾ ਕਰੋ। ਪਿਛਲੇ ਲੋਕ ਸਲਾਹੁੰਦੇ ਸੀ, ਹੁਣ ਵੀ ਸੱਚੇ ਨੂੰ ਸਲਾਹੁੰਦੇ ਹਨ, ਪਰੰਤੂ ਸੱਚੇ ਦੀ ਪ੍ਰਾਪਤੀ ਰੂਪੀ ਕੀਮਤ ਕਿਨੈ ਨਾ ਪਾਈਆ। ਕਿਸੇ ਨੇ ਵੀ ਪਾਉਣਾ ਨਹੀਂ ਕੀਤੀ। ਜਾਂ ਮਿਲਿਆ ਪੂਰਾ ਸਤਿਗੁਰੂ। ਜਦੋਂ ਪੂਰਨ ਸਤਿਗੁਰੂ ਗੁਰੂ ਸਾਹਿਬ ਜੀ ਪ੍ਰਾਪਤ ਹੋਣ, ਮਿਲ ਜਾਣ, ਤਾਂ ਹਾਜ਼ਰ ਨਜ਼ਰੀ ਆਈਆ। ਤੇ ਉਹ ਪਰਮੇਸ਼ਰ ਦੀਆਂ ਸ਼ਕਤੀਆਂ ਹਾਜ਼ਰ ਪ੍ਰਤੱਖ ਹੀ ਨਿਗਾਹ ਵਿੱਚ ਆ ਗਈਆਂ। ਸੱਚ ਗੁਰਮੁਖ ਜਿਨੀ ਸਲਾਹਿਆ। ਜਿਨ੍ਹਾਂ ਨੇ ਗੁਰੂ ਦੇ ਸਿੱਖਾਂ ਨੇ ਗੁਰਾਂ ਦੁਆਰਾ ਸੱਚੇ ਪਰਮੇਸ਼ਰ ਨੂੰ ਸਲਾਹੁਣਾ ਕੀਤਾ ਹੈ, ਤਿੰਨਾਂ ਭੁੱਖ ਸਭ ਗਵਾਈਆ। ਕਿ ਉਹਨਾਂ ਦੀਆਂ ਪਰਮੇਸ਼ਰ ਨੇ ਆਸ਼ਾ ਤ੍ਰਿਸ਼ਨਾ ਰੂਪੀ ਸਾਰੀਆਂ ਭੁੱਖਾਂ ਗਵਾ ਦਿੱਤੀਆਂ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਜਿਨ੍ਹਾਂ ਨੇ ਗੁਰਾਂ ਦੇ ਸਿੱਖਾਂ ਨੇ ਗੁਰਾਂ ਦੁਆਰਾ ਸੱਚੇ ਪਰਮੇਸ਼ਰ ਨੂੰ ਸਲਾਹੁਣਾ ਕੀਤਾ ਹੈ, ਉਹਨਾਂ ਦੀਆਂ ਪਰਮੇਸ਼ਰ ਨੇ ਆਸ਼ਾ ਤ੍ਰਿਸ਼ਨਾ ਰੂਪ ਸਾਰੀਆਂ ਭੁੱਖਾਂ ਗਵਾ ਦਿੱਤੀਆਂ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ।